हेलो एवरीवन, वेलकम टू द स्टडी मटीरियल। ਆਪਾਂ ਨੇ यूवी स्पैक्ट्रोस्कोपी ਨੂੰ ਕੰਪਲੀਟ ਕਰ ਲਿਆ ਹੈ। ਅੱਜ ਆਪਾਂ MCQ ਕਰਨੇ ਆ ਸਪੈਕਟਰੋਸਕੋਪੀ ਦੇ। ਠੀਕ ਹੈ, ਤਾਂ ਸਟਾਰਟ ਕਰਦੇ ਹਾਂ। ਅਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਫਸਟ ਕੁਐਸਚਨ ਇਜ਼ ਸਿਲੈਕਟ ਦਾ ਵੇਵਲੈਂਥ ਰੇਂਜ corresponding to UV visible region. Option A is 400 to 800 nanometer, option B is 200 to 800 nanometer, option C is 25 micrometer to 2.5 micrometer, and D option is 2.5 to 1 mm. जो UV विजिबल है उसकी रेंज होंदी है अपने कोल 200 to 400 नैनोमीटर। ये क्वेश्चन आपां गुड नाइट क्वेश्चनस दे विच भी डिस्कस किया सीगा। UV दी जो रेंज है वो होंदी है 200 to 400 नैनोमीटर, एंड जो विजिबल रीजन है उसकी रेंज होंदी है विजिबल रीजन दी 400 नैनोमीटर to 800 नैनोमीटर। सो UV विजिबल रीजन दी मिला के रेंज कितनी होगी 200 to 800 नैनोमीटर। ऑप्शन बी इज़ राइट ऑप्शन। Second question is the types of transitions possible in UV visible region for a compound with molecular formula C2H4O. C2H4O ਇਸ ਦੇ ਲਈ ਆਪਾਂ ਦੱਸਣੀਆਂ ਟ੍ਰਾਂਜ਼ੀਸ਼ਨਸ। ਠੀਕ ਹੈ, ਤਾਂ ਇਹਦੇ ਵਿੱਚ ਆਪਣੇ ਕੋਲ N ਇਲੈਕਟ੍ਰੋਨ ਹੈ ਅਤੇ ਪਾਈ ਇਲੈਕਟ੍ਰੋਨਸ ਹੈ। ਇਹਦੇ ਵਿੱਚ ਡਬਲ ਬੌਂਡ ਵੀ ਹੈ ਨਾ, ਤਾਂ N ਇਲੈਕਟ੍ਰੋਨਸ ਹੈ ਅਤੇ ਪਾਈ ਇਲੈਕਟ੍ਰੋਨਸ ਹੈ। ਸੋ N2 ਪਾਈ ਸਟਾਰ N electrons and pi electrons possible है ਇਹਦੇ 'ਚ, ਤਾਂ N2 pi star and pi to pi star transitions है जो वो possible हैगियाँ। सो आंसर will be A and D। सो ਇਹਦੇ दोनों आंसर्स है A B and D। Next question is if the above compound was completely reduced, what will be the possible transitions it can undergo? ਹੁਣ ਜਿਹੜਾ ਕੰਪਾਊਂਡ ਆਪਾਂ ਹੁਣੇ ਪੜ੍ਹਿਆ C2H4O ਤਾਂ ਉਹ ਕਹਿ ਰਿਹਾ ਕਿ ਇਹਦੇ ਵਿੱਚ ਕਿਹੜੀਆਂ ਅਗਰ ਟ੍ਰਾਂਜ਼ੀਸ਼ਨਸ ਹੋਣਗੀਆਂ ਤਾਂ ਕਿਹੜੀਆਂ ਹੋਣਗੀਆਂ ਜੇ ਇਹਨੂੰ ਰਿਡਿਊਸ ਕਰ ਦਿੱਤਾ ਜਾਏ, ਰਿਡਕਸ਼ਨ ਕਰ ਦਿੱਤੀ ਜਾਏ। ਤਾਂ ਜਦੋਂ ਆਪਾਂ ਇਸ ਕੰਪਾਊਂਡ ਦੀ ਰਿਡਕਸ਼ਨ ਕਰਦੇ ਹਾਂ ਤਾਂ ਇਹ ਮੋਸਟਲੀ ਇਥੇਨੋਲ 'ਚ ਚੇਂਜ ਹੋ ਜਾਂਦਾ। ਜਿਹੜਾ ਐਲਡੀਹਾਈਡ ਹੈ ਉਹ ਰਿਡਕਸ਼ਨ ਕਰਨ ਤੋਂ ਬਾਅਦ ਇਥੇਨੋਲ 'ਚ ਕਨਵਰਟ ਹੋ ਜਾਂਦਾ ਹੈ। ਠੀਕ ਹੈ, ਤਾਂ ਇਥੇਨੋਲ ਦੇ ਵਿੱਚ ਸਿਗਮਾ ਅਤੇ N ਇਲੈਕਟ੍ਰੋਨ ਹੁੰਦੇ ਆ, ਡਬਲ ਬੌਂਡ ਨਹੀਂ ਹੁੰਦਾ ਕੋਈ ਵੀ। ਐਲਡੀਹਾਈਡ ਦੇ ਵਿੱਚ ਡਬਲ ਬੌਂਡ ਹੁੰਦਾ। ਤਾਂ ਜਿਹੜਾ ਇਥੇਨੋਲ ਹੈ C2H इथेनॉल है जो C3CH2OH, ਇਹਦੇ 'ਚ ਕੋਈ ਵੀ ਡਬਲ ਬੌਂਡ ਨਹੀਂ ਹੈ, ਸਾਰੀ ਸਿੰਗਲ ਹੈ। ਦੈਟ ਮੀਨਸ N ਐਂਡ ਸਿਗਮਾ ਇਲੈਕਟ੍ਰੋਨ ਟ੍ਰਾਂਜ਼ੀਸ਼ਨਸ ਦੇ ਵਿੱਚ ਪਾਰਟੀਸਪੇਟ ਕਰਦੇ ਆ। ਤਾਂ ਇੱਥੇ ਆਪਣੇ ਕੋਲ ਟ੍ਰਾਂਜ਼ੀਸ਼ਨਸ ਹੋਣਗੀਆਂ ਸਿਗਮਾ ਟੂ ਸਿਗਮਾ ਸਟਾਰ and N2 sigma star
ओके, सो इहदा आंसर होगा डी N2S स्टार और S2S स्टार। नेक्स्ट क्वेश्चन इज अल्केलाइन pH phenol loses one proton and exists as phenoxide anion as shown below. Select the correct statement regarding the absorption. ਹੁਣ ਦੇਖੋ ਫਿਨੋਲ ਕੀ ਹੁੰਦੀ ਹੈ। ਫਿਨੋਲ ਇਸ ਤਰ੍ਹਾਂ ਦੀ ਫਿਨੋਲ ਹੁੰਦੀ ਹੈ। ਫਿਨੋਕਸਾਈਡ ਐਨਾਇਨ ਕੀ ਹੁੰਦਾ ਹੈ? ਇਹ ਫਿਨੋਕਸਾਈਡ ਐਨਾਇਨ ਹੁੰਦਾ। ਤਾਂ ਕੁਐਸਚਨ ਦੇ ਵਿੱਚ ਪੁੱਛਿਆ ਕਿ अल्केलाइन pH फिनोल लॉसेस वन प्रोटॉन एंड एग्जिस्ट एज फिनोक्साइड आयन। जो अल्केलाइन pH ਦੇ ਵਿੱਚ ਫਿਨੋਲ ਇੱਕ ਇਲੈਕਟ੍ਰੋਨ ਨੂੰ ਲੂਜ਼ ਕਰਕੇ ਫਿਨੋਕਸਾਈਡ ਆਇਨ ਬਣ ਜਾਂਦਾ ਹੈ। ਤਾਂ ਕਰੈਕਟ ਸਟੇਟਮੈਂਟ ਇਹਦੀ ਅਬਜ਼ੋਰਪਸ਼ਨ ਦੇ ਰਿਗਾਰਡਿੰਗ ਆਪਾਂ ਨੇ ਸਿਲੈਕਟ ਕਰਨੀ ਹੈਗੀ ਹੈ। ਅਤੇ ਇਹਦੀ ਅਬਜ਼ੋਰਪਸ਼ਨ ਬਾਰੇ ਪਹਿਲਾਂ ਆਪਾਂ ਥੋੜ੍ਹਾ ਜਿਹਾ ਜਾਣ ਲੈਂਦੇ ਹਾਂ ਕਿ ਕੀ ਹੁੰਦੀ ਹੈ। ਜਿਹੜੀ ਅਬਜ਼ੋਰਪਸ਼ਨ ਹੁੰਦੀ ਹੈ ਕ੍ਰੋਮੋਫੋਰ ਦੀ, ਉਹ ਇਨਕਰੀਜ਼ ਕਰਦੀ ਹੈ ਬਾਈ ਦਾ ਫਿਊ ਗਰੁੱਪਸ ਲਾਈਕ OH ਲੱਗਿਆ ਤਾਂ ਵੀ ਕ੍ਰੋਮੋਫੋਰ ਅਬਜ਼ੋਰਪਸ਼ਨ ਹੈ ਜਿਹੜੀ ਉਹ ਇਨਕਰੀਜ਼ ਕਰ ਜਾਂਦੀ ਹੈ। NH2 ਲੱਗਿਆ ਇਨਕਰੀਜ਼ ਕਰ ਜਾਂਦੀ ਹੈ। ਅਤੇ ਇੱਥੇ ਆਪਣੇ ਕੋਲ ਅਲਕੋਹਲ ਲੱਗਿਆ ਵਿਚ ਇਜ਼ ਕਾਲਡ ਆਕਜ਼ੋਕ੍ਰੋਮਸ, ਇਹਨਾਂ ਨੂੰ ਆਪਾਂ ਆਕਜ਼ੋਕ੍ਰੋਮਸ ਕਹਿੰਦੇ ਹਾਂ। ਠੀਕ ਹੈ, ਤਾਂ ਇਹੀ ਚੀਜ਼ਾਂ ਫੈਸਿਲਿਟੇਟ ਕਰਦੀਆਂ ਅਬਜ਼ੋਰਪਸ਼ਨ ਨੂੰ ਬਾਈ ਸਪਲਾਈਂਗ ਲੋਨ ਪੇਅਰਸ ਆਫ ਦ ਇਲੈਕਟ੍ਰੋਨਸ ਇਨ ਦੈਮ। ਤਾਂ ਜੇ ਉਹਦੇ ਕੋਲ ਲੋਨ ਪੇਅਰ ਆ ਜੇ ਕੋਈ ਵੀ ਤਾਂ ਅਬਜ਼ੋਰਪਸ਼ਨ ਹੈ ਜਿਹੜੀ ਅਬਜ਼ੋਰਪਸ਼ਨ ਵੱਧ ਜਾਂਦੀ ਹੈ। ਤਾਂ ਇਸ ਕੇਸ ਦੇ ਵਿੱਚ ਕੀ ਹੋਊਗਾ, ਜਿਹੜੀ ਫਿਨੋਕਸਾਈਡ ਆਇਨ ਹੈ ਅਨਾਇਨ, ਉਹਦੀ ਅਬਜ਼ੋਰਪਸ਼ਨ ਵੱਧ ਚੁੱਕੀ ਕਿਉਂਕਿ ਉਹਦੇ ਕੋਲ ਇੱਕ ਲੋਨ ਪੇਅਰ ਹੈ ਆਕਸੀਜਨ 'ਚ। ਠੀਕ ਹੈ, ਤਾਂ ਮੋਰ ਨੰਬਰ ਆਫ ਲੋਨ ਪੇਅਰਸ ਆਫ ਇਲੈਕਟ੍ਰੋਨਸ, ਤਾਂ ਆਪਾਂ ਕੀ ਕਹਿ ਸਕਦੇ ਹਾਂ, ਜਿੰਨੇ ਜ਼ਿਆਦਾ ਲੋਨ ਪੇਅਰਸ ਹੋਣਗੇ ਉਨੀ ਜ਼ਿਆਦਾ ਹਾਈ ਕੀ ਹੋਊਗੀ ਅਬਜ਼ੋਰਪਸ਼ਨ ਹੋਊਗੀ, ਉਨੀ ਜ਼ਿਆਦਾ ਅਬਜ਼ੋਰਪਸ਼ਨ ਹੈ ਜਿਹੜੀ ਉਹ ਇਨਕਰੀਜ਼ ਕਰੂਗੀ। ਤਾਂ ਹੇਅਰ ਫਿਨੋਲ ਹੈਜ਼ ਆਕਸੀਜਨ ਵਿਦ 2 ਲੋਨ ਪੇਅਰਸ ਆਫ ਇਲੈਕਟ੍ਰੋਨਸ ਵਾਈਲ ਫਿਨੋਕਸਾਈਡ ਹੈਜ਼ਿੰਗ ਆਕਸੀਜਨ ਫਿਨੋਕਸਾਈਡ ਹੈਜ਼ ਆਕਸੀਜਨ ਵਿਦ 3 ਲੋਨ ਪੇਅਰਸ। ਫਿਨੋਕਸਾਈਡ ਦੇ ਕੋਲ 3 ਲੋਨ ਪੇਅਰਸ ਹੈ ਆਕਸੀਜਨ ਕੋਲ, ਬਟ ਫਿਨੋਲ ਦੇ ਕੋਲ 2 ਲੋਨ ਪੇਅਰਸ ਹੈ। ਠੀਕ ਹੈ, ਤਾਂ ਜਿਹੜੀ ਅਬਜ਼ੋਰਪਸ਼ਨ ਸ਼ਿਫਟ ਹੈ ਉਹ ਕਿਹਦੀ ਜ਼ਿਆਦਾ ਹੋਊਗੀ, ਫਿਨੋਕਸਾਈਡ ਆਇਨ ਦੀ ਜ਼ਿਆਦਾ ਹੋਊਗੀ ਅਤੇ ਫਿਨੋਲ ਦੀ ਘੱਟ ਹੋਊਗੀ। ਦੂਜੀ ਗੱਲ ਹੈ, ਜੇਕਰ ਆਪਾਂ ਇਹਨੂੰ ਹੋਮੋ ਅਤੇ ਲਿਊਮੋ ਐਨਰਜੀ ਗੈਪ ਦੇ ਵਿੱਚ ਆਪਾਂ ਅਗਰ ਡਿਸਕਸ ਕਰੀਏ ਇਹਨੂੰ, ਤਾਂ ਜਿਹੜਾ ਫਿਨੋਲ ਦੇ ਕੇਸ ਦੇ ਵਿੱਚ ਹੋਮੋ ਅਤੇ ਲਿਊਮੋ ਦਾ ਜਿਹੜਾ ਐਨਰਜੀ ਗੈਪ ਹੈ ਉਹ ਹਾਈ ਹੁੰਦਾ ਐਜ਼ ਕੰਪੇਅਰ ਟੂ ਫਿਨੋਕਸਾਈਡ ਆਇਨ। ਠੀਕ ਹੈ, ਤਾਂ ਹੁਣ ਆਪਾਂ ਕਰਦੇ ਹਾਂ ਰੀਡ ਆਪਸ਼ਨਸ। ਤਾਂ ਫਸਟ ਆਪਸ਼ਨ ਹੈ ਫਿਨੋਲ ਸ਼ੋਜ਼ ਮੋਰ ਅਬਜ਼ੋਰਪਸ਼ਨ ਦੈਨ ਫਿਨੋਕਸਾਈਡ ਐਨਾਇਨ। ਰੋਂਗ ਹੈ, ਇਹ ਤਾਂ ਗਲਤ ਹੈ। Second option is phenoxide anion shows more absorption than phenol. Yes, ਇਹ ਸਹੀ ਹੈ। ਤਾਂ C option ਵੀ ਆਪਾਂ ਰੀਡ ਕਰ ਲੈਂਦੇ ਹਾਂ। Phenol has equal absorption phenoxide ion. Wrong. Phenol shows absorption but phenoxide anion doesn't. ਇਹ ਵੀ wrong ਹੈ। ਤਾਂ ਸਹੀ ਆਂਸਰ ਆਪਣਾ ਕੀ ਹੈ, B. Next question is emission spectroscopy is not related to produced when atoms release energy, comprise, second option is comprise colored lines in the spectrum, third option is helpful in figuring out the composition of certain matter, comprise of dark lines or gaps in spectrum। ਤਾਂ ਜਿਹੜੀਆਂ ਫਸਟ 3 ਆਪਸ਼ਨਸ ਹੈਗੀਆਂ ਇਹ ਆਪਣੀਆਂ ਐਮਿਸ਼ਨ ਸਪੈਕਟਰੋਸਕੋਪੀ ਦੇ ਨਾਲ ਹੀ ਰਿਲੇਟਡ ਹੈ, ਬਟ ਜਿਹੜੀ ਲਾਸਟ ਵਾਲੀ ਪ੍ਰੋਪਰਟੀ ਹੈ ਉਹ ਅਬਜ਼ੋਰਪਸ਼ਨ ਸਪੈਕਟਰੋਸਕੋਪੀ ਦੇ ਨਾਲ ਰਿਲੇਟਡ ਹੈ। ਤਾਂ ਇਹ ਸਾਰਾ ਕੁਝ ਆਪਾਂ ਸਪੈਕਟਰੋਸਕੋਪੀ ਦੇ ਵਿੱਚ ਪੜ੍ਹਿਆ। ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਦੇਖ ਲਿਓ, ਈਜ਼ੀਲੀ ਸਾਰਾ ਕੁਝ ਸਮਝ ਆ ਜਾਊਗਾ। ਤਾਂ ਕਰੈਕਟ ਆਪਸ਼ਨ ਇਜ਼ D. Next question is question number 6. Which of the following is true?
Absorption spectroscopy is used to figure out the ability of certain objects to retain heat and its absorption level. Correct है भी है ना. Emission spectroscopy produce when atom absorbs energy. Emission spectroscopy produce when atom absorb energy. No, it's wrong. Lifetime of atoms or molecule in excited state is long. Wrong. D, none of these. So answer is A. Correct option is A. Next question number 7. On increasing pH, phenol shows. अगर ਆਪਾਂ pH ਨੂੰ ਇਨਕਰੀਜ਼ ਕਰੀਏ ਤਾਂ ਫਿਨੋਲ ਕਿਹੜੀ ਸ਼ਿਫਟ ਸ਼ੋ ਕਰਦੀ ਹੈ. ਤਾਂ ਪਹਿਲਾਂ ਆਪਾਂ ਸਟੱਡੀ ਕਰ ਲੈਂਦੇ ਹਾਂ ਕਿ pH ਦਾ ਕੀ ਇਫੈਕਟ ਹੈ. ਠੀਕ ਹੈ, ਤਾਂ ਅਗਰ ਆਪਾਂ pH ਇਨਕਰੀਜ਼ ਕਰੀਏ ਬਾਈ ਇਨਕਰੀਜ਼ਿੰਗ pH ਟੂ ਦ ਅਲਕੇਲਾਈਨ ਸਾਈਡ, ਫਿਨੋਲ ਐਗਜ਼ਿਸਟਸ ਐਜ਼ ਫਿਨੋਕਸਾਈਡ ਆਇਨ. ਅਗਰ ਆਪਾਂ pH ਇਨਕਰੀਜ਼ ਕਰ ਦਾਂਗੇ ਤਾਂ ਫਿਨੋਲ ਕਿਹਦੇ ਚੇਂਜ ਹੋ ਜੂ, ਫਿਨੋਕਸਾਈਡ ਆਇਨ ਦੇ ਵਿੱਚ shows more absorption due to extra lone pairs of electron. ਤਾਂ ਫਿਰ ਫਿਨੋਕਸਾਈਡ ਕੀ ਕਰੂਗਾ, more absorption ਸ਼ੋ ਕਰੂਗਾ ਕਿਉਂਕਿ ਉਹਦੇ ਕੋਲ ਲੋਨ ਪੇਅਰਸ ਵੱਧ ਜਾਣਗੇ. ਠੀਕ ਹੈ, ਤਾਂ ਗੈਪ ਹੈ ਜਿਹੜਾ ਹੋਮੋ ਅਤੇ ਲਿਊਮੋ ਦੇ ਵਿੱਚ ਉਹ ਕੀ ਕਰੂਗਾ, ਡਿਕਰੀਜ਼ ਕਰ ਜੂਗਾ. ਠੀਕ ਹੈ, ਤਾਂ ਜਿੰਨਾ ਗੈਪ ਘੱਟ ਹੁੰਦਾ ਹੈ ਤਾਂ ਉਨੀ ਹੀ ਜ਼ਿਆਦਾ ਜਿਹੜੀ ਅਬਜ਼ੋਰਪਸ਼ਨ ਸ਼ਿਫਟ ਹੈ ਉਹ ਇਨਕਰੀਜ਼ ਕਰ ਜਾਂਦੀ ਹੈ. ਸੋ ਦੈਟਸ ਵਾਈ ਆਪਾਂ ਇੱਥੇ ਕਿਹੜੀ ਸ਼ਿਫਟ ਬੋਲਾਂਗੇ, ਕਿਹੜੀ ਸ਼ਿਫਟ ਆਊਗੀ, ਬੈਥੋਕ੍ਰੋਮਿਕ ਸ਼ਿਫਟ. ਐਂਡ ਇਹਨੂੰ ਆਪਾਂ ਹੋਰ ਕੀ ਕਹਿੰਦੇ ਹਾਂ, ਰੈੱਡ ਸ਼ਿਫਟ. ਸੋ ਆਨਸਰ ਇਜ਼ P and answer is A and C. A and C. Sorry, D. A and C. A and C both are the right options. Next question is possible transition for water molecule in UV visible region are. ਇਹ ਕੁਐਸਚਨ ਵੀ ਆਪਾਂ ਗੁੱਡ ਨਾਈਟ ਕੁਐਸਚਨਸ ਦੇ ਵਿੱਚ ਕਵਰ ਕੀਤਾ ਸੀਗਾ. ਪੋਸੀਬਲ ਟ੍ਰਾਂਜ਼ੀਸ਼ਨਸ ਫॉर ਵਾਟਰ ਮੋਲੀਕਿਊਲ ਇਨ UV ਵਿਜ਼ੀਬਲ ਰੀਜਨ ਆਰ. ਤਾਂ ਜੋ ਵਾਟਰ ਮੋਲੀਕਿਊਲ ਹੈ ਉਹਨੂੰ ਆਪਾਂ ਐਜ਼ ਅ ਸੋਲਵੈਂਟ ਯੂਜ਼ ਕਰਦੇ ਹਾਂ. ਠੀਕ ਹੈ, ਤਾਂ ਐਜ਼ ਅ ਸੋਲਵੈਂਟ ਆਪਾਂ ਉਸੇ ਚੀਜ਼ ਨੂੰ ਯੂਜ਼ ਕਰਦੇ ਹਾਂ ਜਿਹਦਾ ਸਪੈਕਟਰਮ ਜਾਂ ਫਿਰ ਜਿਹਦੀ ਵੇਵ ਲੈਂਥ ਅਬਜ਼ੋਰਪਸ਼ਨ UV ਵਿਜ਼ੀਬਲ ਰੀਜਨ ਦੇ ਵਿੱਚ ਨਾ ਆਵੇ, ਉਹਦੇ ਤੋਂ ਆਸੇ ਪਾਸੇ ਆਵੇ. ਠੀਕ ਹੈ, ਤਾਂ ਹੁਣ ਵਾਟਰ ਦੇ ਵਿੱਚ ਦੇਖੋ, ਵਾਟਰ ਦੇ ਵਿੱਚ N ਐਂਡ ਸਿਗਮਾ ਇਲੈਕਟਰੋਨਸ ਹੈ. ਠੀਕ ਹੈ, ਤਾਂ ਜਿਹੜੀ ਸਿਗਮਾ ਇਹਦੇ 'ਚ ਦੋ ਤਰ੍ਹਾਂ ਦੀਆਂ ਟ੍ਰਾਂਜ਼ੀਸ਼ਨ ਹੈ ਜਿਹੜੀਆਂ ਉਹ ਪੋਸੀਬਲ ਹੋ ਸਕਦੀਆਂ. ਸਿਗਮਾ ਟੂ ਸਿਗਮਾ ਸਟਾਰ ਐਂਡ N ਟੂ ਸਿਗਮਾ ਸਟਾਰ. ਬਟ ਜੋ ਸਿਗਮਾ ਟੂ ਸਿਗਮਾ ਸਟਾਰ ਹੈ ਉਹਦੀ ਐਨਰਜੀ ਬਹੁਤ ਜ਼ਿਆਦਾ ਹਾਈ ਹੁੰਦੀ ਹੈ. ਠੀਕ ਹੈ, UV ਵਿਜ਼ੀਬਲ ਰੀਜਨ ਦੇ ਵਿੱਚ ਚਲੀ ਜਾਂਦੀ ਹੈ. ਤਾਂ ਇਹ ਤਾਂ UV ਵਿਜ਼ੀਬਲ ਰੀਜਨ ਦੇ ਵਿੱਚ ਅਬਜ਼ੋਰਬ ਨਹੀਂ ਕਰਦਾ ਅਤੇ ਅਬਜ਼ੋਰਪਸ਼ਨ ਸ਼ੋ ਕਰਦਾ N ਸਿਗਮਾ ਸਟਾਰ ਦੇ ਵਿੱਚ, ਅਤੇ ਇਹਦਾ ਆਨਸਰ ਹੈ D.